हेलो एंड वेलकम ਤੁਸੀਂ ਦੇਖ ਰਹੇ ਹੋ ਦ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੀ ਹੋਸਟ ਸੁਖਵੀਰ ਕੇ ਰਾਵੀ ਤੇ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਐਕਸਪਰਟ RCICI ਮੈਂਬਰ ਜਸਪ੍ਰੀਤ ਭਾਟੀਆ ਜੀ। ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਜਸਪ੍ਰੀਤ ਜੀ ਅਸੀਂ ਰੀਸੈਂਟਲੀ ਇੱਕ ਐਪੀਸੋਡ ਤੁਹਾਡੇ ਨਾਲ ਕੀਤਾ ਸੀ ਅਬਾਊਟ ਦ ਕੇਅਰ ਗਿਵਰ ਪ੍ਰੋਗਰਾਮ ਤੇ ਹੁਣ ਰੀਸੈਂਟਲੀ ਉਹਦੇ 'ਚ ਕੁਝ ਅਪਡੇਟਸ ਆਏ ਨੇ ਔਰ ਬਹੁਤ ਸਾਰੀ ਕੁਐਰੀਜ਼ ਸਾਨੂੰ ਉਹਦੇ ਰਿਲੇਟਡ ਆ ਰਹੀਆਂ ਨੇ ਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਜਿਹੜੇ ਸਟੂਡੈਂਟ ਸਾਡੇ ਹੈਗੇ ਨੇ ਤੁਸੀਂ ਇੱਕ ਵਾਰੀ ਜਿਹੜਾ ਅਪਡੇਟ ਆਇਆ ਉਹਦੇ ਬਾਰੇ ਪੂਰੀ ਕਲੈਰੀਫਿਕੇਸ਼ਨ ਦੇ ਦਿਓ। ਡੈਫੀਨੇਟਲੀ ਇਨ ਆਰ ਲਾਸਟ ਐਪੀਸੋਡ ਅਸੀਂ ਡਿਸਕਸ ਕੀਤਾ ਹੈ ਕੇਅਰ ਗਿਵਰ ਪ੍ਰੋਗਰਾਮ ਦੀ ਡਿਟੇਲ ਦੇ ਵਿੱਚ ਜੋ ਕਿ ਦੋ ਨੌਕ ਕੋਡਸ ਲਈ ਐਲੀਜੀਬਲ ਹੈਗਾ ਹੈ। ਵਨ ਇਜ਼ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਪ੍ਰੋਗਰਾਮ ਤੇ ਦੂਜਾ ਹੈਗਾ ਹੈ ਹੋਮ ਸਪੋਰਟ ਵਰਕਰ ਪ੍ਰੋਗਰਾਮ। ਆਪਾਂ ਨੂੰ ਲੇਟੈਸਟ ਅਪਡੇਟ ਇਹ ਆਇਆ ਹੈ ਕਿ ਇਸ ਸਾਲ ਦਾ ਜਿਹੜਾ ਕੋਟਾ ਹੈਗਾ ਹੈ ਫॉर ਹੋਮ ਚਾਈਲਡ ਕੇਅਰ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਉਹ ਫੁੱਲ ਹੋ ਚੁੱਕਿਆ ਹੈ। ਦੇ ਹੈਵ ਗॉट ਦੀ ਲਿਮਿਟੇਸ਼ਨ ਆਫ ਐਪਲੀਕੇਸ਼ਨਸ ਫॉर ਦਿਸ ਈਅਰ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਪ੍ਰੋਗਰਾਮ ਬੰਦ ਹੋ ਗਿਆ ਹੈ। ਉਹਦਾ ਮਤਲਬ ਇਹ ਹੈ ਕਿ ਇਸ ਸਾਲ ਮਤਲਬ ਅਗਲੇ 6 ਮਹੀਨੇ ਤੱਕ ਉਹ ਹੁਣ ਹੋਰ ਐਪਲੀਕੇਸ਼ਨਸ ਨਹੀਂ ਲੈਣਗੇ ਫॉर ਦਿਸ ਪ੍ਰੋਗਰਾਮ। ਬਟ ਅਗਲੇ ਸਾਲ ਜਨਵਰੀ 2022 ਤੋਂ ਤੁਸੀਂ ਦੁਬਾਰਾ ਤੋਂ ਆਪਣੀ ਐਪਲੀਕੇਸ਼ਨਸ ਲਗਾ ਸਕਦੇ ਹੋ। ਉਹਨਾਂ ਦਾ ਇਸ ਸਾਲ ਦਾ ਕੋਟਾ ਆਈ ਰਿਪੀਟ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਮਤਲਬ ਅਗਰ ਤੁਸੀਂ ਬੱਚੇ ਦਾ ਬੇਬੀ ਸਿਟਰ ਵਾਲਾ ਜਾਂ ਨੈਨੀ ਵਾਲਾ ਕੰਮ ਕਰਦੇ ਹੋ ਉਹਦਾ ਤੁਹਾਡਾ ਇਸ ਸਾਲ ਦਾ ਕੋਟਾ ਫੁੱਲ ਹੋ ਗਿਆ ਹੈ। ਬਟ ਅਗਰ ਤੁਸੀਂ ਹੋਮ ਸਪੋਰਟ ਵਰਕਰ ਹੋ ਮਤਲਬ ਕਿ ਤੁਸੀਂ ਕਿਸੇ 올ਡ ਏਜ ਦਾ ਖਿਆਲ ਰੱਖਦੇ ਹੋ ਜਾਂ ਤੁਸੀਂ ਕਿਸੇ ਲੌਂਗ ਟਰਮ ਹੋਮ ਕੇਅਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਯੂ ਆਰ ਸਟਿਲ ਐਲੀਜੀਬਲ ਟੂ ਅਪਲਾਈ। ਐਲੀਜੀਬਲ ਤੁਸੀਂ ਉੱਦਾਂ ਵੀ ਹੋ। ਇਟ ਇਜ਼ ਜਸਟ ਦੈਟ ਕਿ ਜਿਹੜੇ ਅਗਰ ਤੁਸੀਂ ਬੇਬੀ ਸਿਟਰ ਹੈਗੇ ਹੋ ਤਾਂ ਤੁਹਾਡਾ ਉਹਦਾ ਪ੍ਰੋਗਰਾਮ ਇਸ ਸਾਲ ਲਈ ਕੋਟਾ ਫੁੱਲ ਹੋ ਗਿਆ ਹੈ। ਆਈ ਰਿਪੀਟ ਅਗੇਨ ਤੁਸੀਂ ਐਲੀਜੀਬਲ ਡੈਫੀਨੇਟਲੀ ਹੋ ਅਗਲੇ ਸਾਲ ਅਪਲਾਈ ਕਰਨ ਲਈ। 2021 2022 ਤੱਕ ਅਗਲੇ 5 ਸਾਲ ਤੱਕ ਦਿਸ ਪ੍ਰੋਗਰਾਮ ਇਜ਼ ਵੈਲਿਡ ਐਂਡ ਓਪਨ ਤੇ ਇਸ ਕਰਕੇ ਤੁਹਾਨੂੰ ਸਟ੍ਰੈਸ ਲੈਣ ਦੀ ਲੋੜ ਨਹੀਂ। ਬਟ ਹੋਮ ਸਪੋਰਟ ਵਰਕਰ ਜਿਹੜਾ ਪ੍ਰੋਗਰਾਮ ਹੈਗਾ ਹੈ ਉਹ ਆਪਣੀਆਂ ਐਪਲੀਕੇਸ਼ਨਸ ਇਸ ਟਾਈਮ ਤੇ ਐਕਸੈਪਟ ਕਰ ਰਿਹਾ ਹੈ। ਜੀ ਬਿਲਕੁਲ। ਨਾਲੇ ਹਲੇ ਵੀ ਇਹੀ ਕੁਐਰੀਜ਼ ਆਉਂਦੀਆਂ ਨੇ ਕਿ ਇਹਦੇ ਵਾਸਤੇ ਏਜ ਲਿਮਿਟ ਕੀ ਹੈ, ਮਿਨੀਮਮ ਸਟੱਡੀ ਕਿੰਨੀ ਚਾਹੀਦੀ ਹੈ। ਬਹੁਤ ਸਾਰੇ ਸਟੂਡੈਂਟਸ ਨੇ 12th ਕੀਤੀ ਹੋਈ ਹੈ ਉਹਨਾਂ ਦੀ ਬੜੀ ਕੁਐਰੀਜ਼ ਆਉਂਦੀਆਂ ਕਿ ਓਨਲੀ 12th ਸਟੈਂਡਰਡ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਨੇ ਨਾਨੀ ਕੋਰਸ ਵਾਸਤੇ। ਫਸਟ ਕੁਐਸਚਨ ਆਪਾਂ ਲੈ ਲੈਂਦੇ ਹਾਂ ਏਜ ਦਾ। ਟਿਲ ਦ ਟਾਈਮ ਯੂ ਕੈਨ ਰਨ ਆਫਟਰ ਕਿਡਸ ਐਂਡ ਟਿਲ ਦ ਟਾਈਮ ਤੁਸੀਂ ਤੁਹਾਡੇ 'ਚ ਤਾਕਤ ਹੈ ਕਿ ਤੁਸੀਂ ਇੱਕ 올ਡ ਏਜ ਦਾ ਖਿਆਲ ਰੱਖ ਸਕਦੇ ਹੋ। ਏਜ ਇਜ਼ ਨੋ ਲਿਮਿਟ। ਦੇਰ ਇਜ਼ ਕੋਈ ਏਜ ਉੱਤੇ ਲਿਮਿਟ ਨਹੀਂ ਹੈਗੀ। ਬਟ ਹਾਂ ਹੁਣ ਤੁਸੀਂ ਅਗਰ ਕਹੋ ਕਿ ਤੁਸੀਂ 60 ਆਪੇ ਹੈਗੇ ਹੋ ਤੇ ਤੁਸੀਂ ਇੱਕ 60 ਸਾਲ ਦੇ 60 ਈਅਰਸ ਆਫ ਏਜ ਦੇ ਬੰਦੇ ਦਾ ਖਿਆਲ ਰੱਖਣ ਕੈਨੇਡਾ ਜਾ ਰਹੇ ਹੋ ਤਾਂ ਉਹ ਥੋੜ੍ਹਾ ਔਕਵਰਡ ਹੋ ਜਾਏਗਾ ਤੁਹਾਡੀ ਫਾਈਲ ਦੇ ਵਿੱਚ। ਬਟ ਅਗਰ ਤੁਸੀਂ 30 ਹੋ 35 ਹੋ ਦੇਰ ਇਜ਼ ਨੋ ਸਪੈਸੀਫਿਕ ਏਜ ਵਿਚ ਇਜ਼ ਮੈਨਸ਼ਨ ਅੰਡਰ ਦਿਸ ਪ੍ਰੋਗਰਾਮ। ਸੋ ਏਜ ਦੀ ਕੋਈ ਲਿਮਿਟ ਨਹੀਂ ਹੈਗੀ। ਸੈਕਿੰਡ ਕੁਐਸਚਨ ਬਹੁਤ ਸਾਰੇ ਕੋਲ ਐਜ਼ ਜਿਵੇਂ ਤੁਸੀਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੀਆਂ ਕੁਐਰੀਜ਼ ਆ ਰਹੀਆਂ ਹੈ ਵਿਦ ਰਿਗਾਰਡਸ ਟੂ 12ਵੀਂ ਪਾਸ। ਅਗਰ ਤੁਸੀਂ ਹਾਈ ਸਕੂਲ ਕੀਤੀ ਹੈ ਤੇ 12ਵੀਂ ਕੀਤੀ ਹੈ ਅਨਫੋਰਚੂਨੇਟਲੀ ਤੁਸੀਂ ਐਲੀਜੀਬਲ ਨਹੀਂ ਹੁੰਦੇ ਹੋ ਇਹਦੇ 'ਚ ਪ੍ਰੋਗਰਾਮ 'ਚ ਅਪਲਾਈ ਕਰਨ ਲਈ। ਤੁਹਾਡੇ ਕੋਲ ਇੱਕ ਪੋਸਟ ਸੈਕੰਡਰੀ ਡਿਪਲੋਮਾ ਸਰਟੀਫਿਕੇਟ ਡਿਗਰੀ ਕੁਛ ਹੋਣਾ ਜ਼ਰੂਰੀ ਹੈ। ਫੋਰ ਐਗਜ਼ਾਮਪਲ 12ਵੀਂ ਤੋਂ ਬਾਅਦ ਤੁਸੀਂ 1 ਸਾਲ ਦਾ ਡਿਪਲੋਮਾ ਕੀਤਾ ਜਾਂ 12ਵੀਂ ਤੋਂ ਸਾਲ ਤੁਸੀਂ 2 ਸਾਲ ਦਾ ਡਿਪਲੋਮਾ ਕੀਤਾ ਜਾਂ ਤੁਸੀਂ ਕੋਈ ਨਰਸਿੰਗ ਦਾ ਪ੍ਰੋਗਰਾਮ ਕੀਤਾ ਜਿਹੜਾ ਕਿ ECA ਰਿਪੋਰਟ ਜਿਹਦੀ ਨਿਕਲ ਸਕਦੀ ਹੈ ਉਹੀ ਤੁਹਾਡੀ ਐਜੂਕੇਸ਼ਨ ਕੰਸੀਡਰ ਹੋਏਗੀ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਤੁਹਾਡੀ ਇਵੈਲੂਏਸ਼ਨ ਐਜ਼ ਪਰ ਕੈਨੇਡੀਅਨ ਐਜੂਕੇਸ਼ਨ ਸਟੈਂਡਰਡਸ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਬੈਚਲਰਸ ਕੀਤੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਤੁਸੀਂ ਕੋਈ ਸਰਟੀਫਿਕੇਟ ਪ੍ਰੋਗਰਾਮ ਕੀਤਾ ਹੈ ਤਾਂ ਵੀ ਕਰ ਸਕਦੇ ਹੋ। ਬਟ ਇਟ ਹੈਜ਼ ਟੂ ਬੀ ECA ਇਵੈਲੂਏਟਡ। ECA ਰਿਪੋਰਟ ਹੋਣੀ ਉਹਦੀ ਬਹੁਤ ਜ਼ਰੂਰੀ ਹੈ। ਬਿਲਕੁਲ। ਤੇ ਟਾਈਮ ਨਾ ਗਵਾਉਂਦੇ ਹੋ ਤੁਸੀਂ ਆਪਣੀ ਵੈਸੇ ਇਵੈਲੂਏਸ਼ਨ ਕਰਵਾ ਸਕਦੇ ਹੋ ਬਿਕਾਜ਼ ਉਹਨੂੰ ਵੀ ਆਈ ਗੈਸ 2 to 3 ਮੰਥਸ ਲੱਗ ਜਾਂਦੇ ਨੇ। ਮੀਨਵਾਈਲ ਤੁਸੀਂ ਆਪਣੀ ਬਾਕੀ ਦੀ ਪ੍ਰੀਪਰੇਸ਼ਨ ਕਰ ਸਕਦੇ ਹੋ ਔਰ ਤੁਹਾਡੀ ਜਿਹੜੀ ਵੀ ਕੁਐਰੀ ਹੈ ਤੁਸੀਂ ਨੰਬਰ ਟੀਵੀ ਸਕਰੀਨ ਤੇ ਦਿੱਤੇ ਗਏ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਮੈਮ ਖੁਦ ਤੁਹਾਨੂੰ ਆਨਸਰ ਕਰਨਗੇ। ਮੈਮ ਹੁਣ ਤੁਸੀਂ ਦੱਸਿਆ ਕਿ ਚਾਈਲਡ ਕੇਅਰ ਵਾਸਤੇ ਜਿਹੜੀ ਪ੍ਰੈਜ਼ੈਂਟ ਐਪਲੀਕੇਸ਼ਨ ਸੀ ਉਹ ਸਾਰੀ ਫਿਲ ਹੋ ਚੁੱਕੀ ਹੈ, ਸੀਟਸ ਫਿਲ ਹੋ ਚੁੱਕੀਆਂ। ਨੈਕਸਟ ਇਨਟੇਕ ਕਦੋਂ ਹੈ ਔਰ ਨੈਕਸਟ ਇਨਟੇਕ ਦੇ ਵਾਸਤੇ ਐਪਲੀਕੇਸ਼ਨਸ ਕਦੋਂ ਤੋਂ ਲਗਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ? ਦੇਖੋ ਅਗਰ ਆਪਾਂ ਗੱਲ ਕਰੀਏ ਕਿ ਨੈਕਸਟ ਇਨਟੇਕ ਕਦੋਂ ਹੈ ਇਸ ਟਾਈਮ ਤੇ ਐਪਲੀਕੇਸ਼ਨਸ ਫੁੱਲ ਹੈ। ਜਨਵਰੀ 2022 ਤੋਂ ਤੁਸੀਂ ਦੁਬਾਰਾ ਤੋਂ ਆਪਣੀਆਂ ਫਾਈਲ ਸਬਮਿਟ ਕਰ ਸਕਦੇ ਹੋ। ਇਹਦਾ ਮਤਲਬ ਇਹ ਹੈ ਕਿ ਆਪਾਂ ਆਲਰੇਡੀ ਜੂਨ 'ਚ ਬੈਠੇ ਹਾਂ। ਅਗਰ ਤੁਸੀਂ ਹੁਣ ਤੋਂ ਆਪਣਾ ਪਲੈਨਿੰਗ ਸ਼ੁਰੂ ਕਰੋਗੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਦੇ ਵਿੱਚ ਅਪਲਾਈ ਕਰਨ ਲਈ ਤਾਂ ਤੁਹਾਡੇ ਆਲਰੇਡੀ 3-4 ਮਹੀਨੇ ਕਿਤੇ ਨਹੀਂ ਗਏ ਫਾਈਲ ਲਗਾਉਣ 'ਚ। ਫੋਰ ਐਗਜ਼ਾਮਪਲ ਤੁਸੀਂ ਆਪਣੀ ECA ਰਿਪੋਰਟ ਲੈਣੀ ਹੈ, ਤੁਸੀਂ ਆਪਣੇ ਐਜੂਕੇਸ਼ਨ ਦੇ ਪੇਪਰ ਇਵੈਲੂਏਟ ਕਰਾਉਣੇ ਹੈ ਤਾਂ ਉਹਦੇ ਵਿੱਚ ਹੀ 2-3 ਮਹੀਨੇ ਲੱਗ ਜਾਣਗੇ। ਸੈਕੰਡਲੀ ਤੁਸੀਂ ਆਪਣਾ IELTS ਦਾ ਪੇਪਰ ਦੋਗੇ ਜਿਹਦੇ 'ਚ ਆਪਾਂ ਨੂੰ CLB 5 ਚਾਹੀਦਾ ਉਹਦੇ 'ਚ ਆਪਾਂ 1-1.5 ਮਹੀਨਾ ਲੱਗ ਜਾਏਗਾ। ਥਰਡਲੀ ਅਗਰ ਆਪਾਂ ਨੂੰ ਇੰਪਲੋਇਰ ਹੋਣਾ ਐਜ਼ ਆਈ ਸੈਡ ਆਪਣੇ ਲਾਸਟ ਵਿੱਚ ਜਸਟ ਬਹੁਤ ਜ਼ਰੂਰੀ ਹੈ ਕੈਨੇਡਾ ਤੋਂ। ਤੁਸੀਂ ਜਦ ਤੱਕ ਆਪਣੇ ਇੰਪਲੋਇਰ ਦੇ ਨਾਲ ਟੱਚ ਬੇਸ ਬਣਾਓਗੇ ਆਪਣਾ ਸਾਰਾ ਪਲੈਨਿੰਗ ਕਰੋਗੇ ਇੰਪਲੋਇਰ ਫਾਰਮ ਫਿਲ ਕਰਕੇ ਦੇਗਾ ਬਾਈ ਆਲ ਆਫ ਦਿਸ ਟਾਈਮ ਤੁਹਾਨੂੰ 4-5 ਮਹੀਨੇ ਐਨੀ ਵਿਚ ਵੇਜ਼ ਲੱਗ ਜਾਣਗੇ ਆਪਣੀ ਫਾਈਲ ਰੈਡੀ ਕਰਨ ਲਈ। ਸੋ ਬਾਈ ਦ ਟਾਈਮ ਯੂ ਆਰ ਇਨ ਦਸੰਬਰ ਯੂ ਵਿਲ ਬੀ ਰੈਡੀ ਵਿਦ ਯੋਰ ਡਾਕੂਮੈਂਟੇਸ਼ਨ ਤੇ ਜਦੋਂ ਜਨਵਰੀ 2022 'ਚ ਪੋਰਟਲ ਦੁਬਾਰਾ ਤੋਂ ਖੁੱਲ੍ਹ
ਖੁੱਲੇਗਾ ਹੋਮ ਚਾਈਲਡ ਕੇਅਰ ਦੇ ਵਿੱਚ, ਤੁਸੀਂ ਆਪਣੀ ਐਪਲੀਕੇਸ਼ਨ ਲਗਾਉਣ ਲਈ ਰੈਡੀ ਹੋਵੋਗੇ। ਜੀ ਬਿਲਕੁਲ। ਸੋ ਇਹ ਜਿਹੜਾ ਟਾਈਮ ਹੈ ਤੁਹਾਨੂੰ ਯੂਟਿਲਾਈਜ਼ ਕਰਨਾ ਹੈ, ਜਿਸ ਤਰ੍ਹਾਂ ਮੈਮ ਨੇ ਕਿਹਾ ਹੈ ਕਿ ਕਿਹੜਾ ਪ੍ਰੋਸੈਸ ਤੁਹਾਨੂੰ ਫੋਲੋ ਕਰਨਾ ਹੈ, ਤੇ ਬਹੁਤ ਇੰਪੋਰਟੈਂਟ ਹੈ ਟਾਈਮ ਨੂੰ ਯੂਟਿਲਾਈਜ਼ ਕਰਨਾ। ਤੇ ਜਸਪ੍ਰੀਤ ਜੀ ਥੈਂਕਸ, ਤੁਸੀਂ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ, ਐਂਡ ਹੋਪਫੁਲੀ ਅਗਲੇ ਐਪੀਸੋਡ 'ਚ ਅਸੀਂ ਕੁਝ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਤੋਂ ਲਵਾਂਗੇ, ਤਾਂ ਕਿ ਸਾਡੇ ਜਿਹੜੇ ਵਿਊਅਰਸ, ਸਾਡੇ ਜਿਹੜੇ ਲਿਸਨਰਸ ਹੈ, ਉਹਨਾਂ ਦੀ ਸਾਰੀ ਕੁਐਰੀਜ਼ ਦੇ ਆਨਸਰ ਅਸੀਂ ਕੋਸ਼ਿਸ਼ ਕਰਦੇ ਆਪਣੇ ਪ੍ਰੋਗਰਾਮ ਦੇ ਥਰੂ ਦੇ ਦਈਏ। ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ। ਥੈਂਕ ਯੂ।